वेलकम खुश आमदीद कहने ਤੁਹਾਨੂੰ ਮੈਂ ਦਾ ਵੀਰੋ ਤੋਂ ਉਮੀਦ ਕਰਨਾ ਕਰਾਂ ਫਿਟ ਨਾਲ ਹੋਵੋਗੇ ਸਟੂਡੈਂਟਸ। ਪਿਛਲੀ ਵੀਡੀਓ 'ਚ ਆਪਾਂ ਡਿਸਕਸ ਕੀਤਾ ਸੀ ਸਵਾਲ ਨੰਬਰ 1 ਮਸ਼ਕ ਨੰਬਰ 1/3 ਨੌਵੀਂ ਕਲਾਸ ਦਾ ਤੇ ਅੱਜ ਆਪਾਂ ਕਰਾਂਗੇ ਸਵਾਲ ਨੰਬਰ 2 ਥਿਊਰੀ ਪੜ੍ਹਨੇ ਸਟੂਡੈਂਟਸ। The diagram shows the right angle triangle ABC in which the length of AC ਇਹ ਡਾਇਗਰਾਮ ਨਾਲ ਜ਼ਿਹਨ 'ਚ ਰੱਖਣਾ ਸਟੂਡੈਂਟਸ। ਆਪਣੇ ਕੋਲ ਇੱਕ ਮਸਲਸ ਦਿੱਤੀ ਗਈ ਹੈ ਜਿੰਦੇ ਵਿੱਚ A ਤੇ C ਇਹਦਾ ਬੇਸ ਆ ਗਿਆ, ਯਾਨੀ ਕਿ ਥੱਲੇ ਵਾਲੀ ਸਾਈਡ ਆਪਣੇ ਕੋਲ ਆ ਚੁੱਕੀ ਹੈ। A ਤੇ C ਤੱਕ ਲੈਂਥ ਵੀ ਇਹਨਾਂ ਨੇ ਦੇ ਦਿੱਤੀ ਹੈ। ਉਹ ਅਗੇ ਸਟੂਡੈਂਟਸ 3 ਦਾ ਜਜ਼ਰ ਜਮਾ 5 ਦਾ ਜਜ਼ਰ ਸੈਂਟੀਮੀਟਰ। ਏਰੀਆ ਆਫ ਟ੍ਰਾਈਐਂਗਲ ABC ਇਜ਼ 1 + 15 ਸਕੁਅਰ ਰੂਟ ਸੈਂਟੀਮੀਟਰ ਸਕੁਅਰ ਹੈ, ਯਾਨੀ ਕਿ 1 ਜਮਾ 15 ਦਾ ਜਜ਼ਰ ਆਪਣੇ ਕੋਲ ਸੈਂਟੀਮੀਟਰ ਸਕੁਅਰ ਇਹਦਾ ਏਰੀਆ ਹੈਗਾ। ਉਸ ਤੋਂ ਬਾਅਦ ਫਾਈਂਡ ਦੀ ਲੈਂਥ AB। ਆਪਾਂ ਜਿਹੜੀ ਇਹ ਵਾਲੀ ਲੈਂਥ ਹੈ ਅਮੂਦੀ ਲੈਂਥ ਇਹਦੀ ਜਿਹੜੀ A ਤੋਂ B ਤੱਕ ਉਹ ਫਾਈਂਡ ਆਊਟ ਕਰਨੀ ਇਨ ਦੀ ਫਾਰਮ ਆਫ ਕਿਸ ਸ਼ਕਲ ਦੇ ਵਿੱਚ ਫਾਈਂਡ ਆਊਟ ਕਰਨੀ ਹੈ ਕਿ A × 3 ਸਕੁਅਰ ਰੂਟ + B × 5 ਸਕੁਅਰ ਰੂਟ ਸੈਂਟੀਮੀਟਰ, ਯਾਨੀ ਕਿ A ਦੇ ਨਾਲ ਪਹਿਲੀ ਵੈਲਿਊ ਦੇ ਨਾਲ 3 ਦਾ ਜਜ਼ਰ ਆਉਣਾ ਚਾਹੀਦਾ, ਦੂਸਰੀ ਵੈਲਿਊ ਦੇ ਨਾਲ 5 ਦਾ ਜਜ਼ਰ ਆਉਣਾ ਚਾਹੀਦਾ। ਵੇਅਰ A ਐਂਡ B ਆਰ ਇੰਟੀਜਰਸ, ਜਿੱਥੇ ਕਿ A ਤੇ B ਇੰਟੀਜਰਸ ਦਿੱਤੇ ਗਏ ਨੇ। ਚਲੋ ਜੀ ਸਵਾਲ ਨੂੰ ਹੱਲ ਕਰਨੇ ਆ। ਸਵਾਲ ਨੰਬਰ 2 ਹੈ। ਸਭ ਤੋਂ ਪਹਿਲੇ ਆਪਾਂ ਜਿਹੜੀ ਵੈਲਿਊ ਆਪਾਂ ਦਿੱਤੀ ਗਈ ਸੀਗੀ ਮੈਨੂੰ ਲਿਖਣੇ ਲੈਂਥ ਆਫ AC ਟ੍ਰਾਈਐਂਗਲ ਨਾਲ ਬਣਾ ਲਈ। ਆਪਣੇ ਕੋਲ A ਤੇ C ਦੀ ਲੈਂਥ 3 ਦਾ ਜਜ਼ਰ ਜਮਾ 5 ਦਾ ਜਜ਼ਰ ਆ ਚੁੱਕਾ ਸੈਂਟੀਮੀਟਰ। ਏਰੀਆ ਆਫ ਟ੍ਰਾਈਐਂਗਲ ABC ਏਰੀਆ ਵੀ ਆਪਣੇ ਕੋਲ ਹੈ ਸਟੂਡੈਂਟਸ ਦਿੱਤਾ ਗਿਆ ਸੀ 1 ਜਮਾ 15 ਦਾ ਜਜ਼ਰ ਸੈਂਟੀਮੀਟਰ ਸਕੁਅਰ। ਲੈਂਥ ਆਫ AB A ਤੇ B ਤੱਕ ਆਪਾਂ ਫਾਈਂਡ ਆਊਟ ਕਰਨੀ ਸੀ। ਵੀ ਨੋ ਦੈਟ ਸਟੂਡੈਂਟਸ ਆਪਾਂ ਜਾਣਦੇ ਏਰੀਆ ਦਾ ਫਾਰਮੂਲਾ ਹੁੰਦਾ ਟ੍ਰਾਈਐਂਗਲ ਦਾ ਕੀ ਹੁੰਦਾ 1/2 × ਬੇਸ ਮਲਟੀਪਲਾਈ ਬਾਈ ਹਾਈਟ, ਯਾਨੀ ਕਿ A ਤੇ C ਤੱਕ ਇਹਦੀ ਬੇਸ ਹੈ ਆਪਣੇ ਕੋਲ ਤੇ ਹਾਈਟ ਜਿਹੜੀ ਹੈ ਅਮੂਦੀ ਦਿੱਤੀ ਗਈ ਹੈ। ਇਹ ਹੋਰੀਜ਼ੋਨਟਲ ਸੀ ਤੇ ਇਹ ਵਰਟੀਕਲ ਜਿਹੜੀ ਅਮੂਦੀ ਦਿੱਤੀ ਗਈ ਹੈ। ਇਹਦੀ ਹਾਈਟ ਆਪਣੇ ਕੋਲ ਹੋਏਗੀ। ਹਾਈਟ ਹੀ ਆਪਾਂ ਫਾਈਂਡ ਆਊਟ ਕਰਨੀ ਸੀ ਕੀ ਸੀ A B। ਬੇਸ ਦੀ ਵੈਲਿਊ ਪੁੱਟ ਕਰਨੇ ਸਟੂਡੈਂਟਸ 3 ਦਾ ਜਜ਼ਰ ਜਮਾ 5 ਦਾ ਜਜ਼ਰ। ਇੱਥੇ ਆਪਣੇ ਕੋਲ 2 ਹੈ। 2 ਜਿਹੜਾ ਇੱਧਰ ਮਲਟੀਪਲਾਈ ਹੋ ਰਿਹਾ ਏਰੀਆ ਦੀ ਵੀ ਵੈਲਿਊ ਮਲਟੀਪਲਾਈ ਹੋਗੀ। 2 ਇੱਧਰ ਜਿਹੜਾ ਡਿਵਾਈਡ ਹੋ ਰਿਹਾ ਉਧਰ ਜਾ ਕੇ ਮਲਟੀਪਲਾਈ ਹੋਏਗਾ। ਮਲਟੀਪਲਾਈ ਕਿਹਦੇ ਨਾਲ ਹੋਏਗਾ 1 ਜਮਾ 15 ਦਾ ਜਜ਼ਰ ਨਾਲ। ਇਹ ਬਣ ਜਾਏਗਾ ਸਟੂਡੈਂਟਸ 2 ਜਮਾ 2 × 15 ਦਾ ਜਜ਼ਰ। ਇਹ ਜਿਹੜਾ 3 ਦਾ ਜਜ਼ਰ ਜਮਾ 5 ਦਾ ਜਜ਼ਰ ਹੈ ਆਪਾਂ ਕਿਉਂਕਿ A ਤੇ B ਫਾਈਂਡ ਆਊਟ ਕਰਨਾ ਹੈ। ਇੱਥੇ ਇਹ ਜ਼ਰਬ ਹੋ ਰਿਹਾ ਦੂਸਰੀ ਸਾਈਡ ਤੇ ਜਾ ਕੇ ਤਕਸੀਮ ਹੋਏਗਾ। ਇੱਧਰ ਆ ਕੇ ਤਕਸੀਮ ਹੋਇਆ ਸਟੂਡੈਂਟਸ ਦੀ ਵੈਲਿਊ ਬਣ ਗਈ 2 ਜਮਾ 2 × 15 ਦਾ ਜਜ਼ਰ ਬਟਾ 3 ਜਮਾ 15 ਦਾ ਜਜ਼ਰ। ਅਗਰ ਆਪਾਂ ਗੌਰ ਕਰੀਏ ਤੇ ਕੋਈ ਐਗਜ਼ੈਕਟ ਵੈਲਿਊ ਨਹੀਂ ਹੈ। ਵੈਲਿਊ ਹਾਸਲ ਕਰਨ ਵਾਸਤੇ ਆਪਾਂ ਨੂੰ ਇਹਦਾ ਡਿਨੋਮੀਨੇਟਰ ਜਿਹੜਾ ਉਹਦਾ ਕੰਜੂਗੇਟ ਲੈਣਾ ਪੈਣਾ, ਰੈਸ਼ਨਲਾਈਜ਼ ਉਹਨੂੰ ਕਰਨਾ ਪੈਣਾ। ਕੰਜੂਗੇਟ ਲੈਣ ਵਾਸਤੇ ਆਪਾਂ A ਤੇ B ਇਸ ਸਾਈਡ ਤੇ ਲਿਖ ਲੈਣਾ ਕਿਉਂਕਿ ਦੋਨੋਂ ਬਰਾਬਰ ਨੇ। ਇਹਨੂੰ ਇੱਧਰ ਹੀ ਆ ਇਹਨੂੰ ਇੱਧਰ ਲਿਖ ਸਕਦੇ ਕੋਈ ਮਸਲਾ ਨਹੀਂ। ਕੰਜੂਗੇਟ ਲੈਣ ਵਾਸਤੇ 3 ਦਾ ਜਜ਼ਰ ਜਮਾ 5 ਦਾ ਜਜ਼ਰ ਉਹਨੂੰ ਬਣਾਉਣਾ ਪਏਗਾ 3 ਦਾ ਜਜ਼ਰ -5 ਦਾ ਜਜ਼ਰ, ਜਿਹੜਾ ਕਿ ਜ਼ਰਬ ਵੀ ਹੋਇਆ ਤੇ ਤਕਸੀਮ ਵੀ ਹੋ ਗਿਆ। ਪਹਿਲਾ ਫੈਕਟਰ ਪਹਿਲਾਂ ਨਾ ਮਲਟੀਪਲਾਈ ਹੋਏਗਾ। ਹੁਣ ਆਪਣੇ ਕੋਲ ਪਹਿਲੀ ਵੈਲਿਊ 2, ਇਸ ਪੂਰੀ ਵੈਲਿਊ ਨਾਲ ਮਲਟੀਪਲਾਈ ਹੋਗੀ 2 ਇੰਟੂ ਆਪਣੇ ਕੋਲ ਆ ਗਿਆ 3 ਦਾ ਜਜ਼ਰ -5 ਦਾ ਜਜ਼ਰ। ਇਹ ਹੋ ਗਿਆ 2 × 3 ਦਾ ਜਜ਼ਰ -2 × 5 ਦਾ ਜਜ਼ਰ। ਦੂਸਰੀ ਵੈਲਿਊ ਸਟੂਡੈਂਟਸ 2 × 15 ਦਾ ਜਜ਼ਰ। ਇਹ ਹੁਣ ਮਲਟੀਪਲਾਈ ਹੋਏਗਾ ਇਸ ਪੂਰੇ ਫੈਕਟਰ ਦੇ ਨਾਲ 2 × 15 3 ਦੇ ਨਾਲ ਵੀ ਜਜ਼ਰ ਦੇ ਵਿੱਚ ਮਲਟੀਪਲਾਈ ਹੋ ਜਾਏਗਾ ਕਿਉਂਕਿ ਅਗਰ 2 ਜਜ਼ਰ ਮਲਟੀਪਲਾਈ ਹੋ ਰਹੇ ਨੇ ਤੇ ਉਹਨਾਂ ਦੇ ਅੰਦਰ ਜਿਹੜੀ ਵੈਲਿਊਜ਼ ਨੇ ਉਹ ਵੀ ਆਪਸ 'ਚ ਮਲਟੀਪਲਾਈ ਹੋ ਜਾਂਦੀ ਨੇ ਇੱਕ ਹੀ ਜਜ਼ਰ ਦੇ ਅੰਦਰ। ਤੇ ਇਹ ਸਟੂਡੈਂਟਸ ਮਲਟੀਪਲਾਈ ਹੋ ਗਿਆ ਬਣ ਗਿਆ ਪਹਿਲਾ 15 3 45 ਤੇ ਦੂਸਰਾ 15 5 75। 2 × 45 ਦਾ ਜਜ਼ਰ ਹੈ -2 × 75 ਦਾ ਜਜ਼ਰ ਹੈ। ਉਸ ਤੋਂ ਬਾਅਦ ਆਪਣੇ ਕੋਲ ਪੂਰੀ ਵੈਲਿਊ ਆ ਚੁੱਕੀ ਹੈ। ਥੱਲੇ ਅਗਰ ਦੇਖੀਏ ਤੇ ਫਾਰਮੂਲਾ ਅਪਲਾਈ ਹੋ ਰਿਹਾ ਸਟੂਡੈਂਟਸ A ਦਾ ਸਕੁਅਰ ਤੇ B ਦਾ ਸਕੁਅਰ, ਯਾਨੀ A ਜਮਾ B A - B ਉਹੀ ਹੈ। ਫਸਟ ਵੈਲਿਊ 3 ਦਾ ਜਜ਼ਰ, 3 ਦੇ ਜਜ਼ਰ ਦਾ ਮੁਰੱਬਾ ਲਿਖ ਲਿਆ। ਫਾਰਮੂਲੇ ਦਾ ਮਾਈਨਸ ਆਉਂਦਾ ਹੈ 5 ਦਾ ਜਜ਼ਰ ਤੇ 5 ਦਾ ਜਜ਼ਰ ਜ਼ਰਬ ਹੋਏਗਾ 5 ਦੇ ਜਜ਼ਰ ਦਾ ਮੁਰੱਬਾ, ਜਜ਼ਰ ਮੁਰੱਬਾ ਕੈਂਸਲ ਆਊਟ ਹੋ ਗਿਆ 3 - 5 ਦਾ ਜਜ਼ਰ ਆ ਚੁੱਕਿਆ ਸਟੂਡੈਂਟਸ। ਸੋ 5 ਦੇ ਵਿੱਚੋਂ 3 ਮਾਈਨਸ ਕਰਾਂਗੇ 2 ਆ ਜਾਏਗਾ, ਲੇਕਿਨ ਵੱਡੀ ਵੈਲਿਊ ਮਾਈਨਸ 'ਚ ਮਾਈਨਸ ਆ ਜਾਏਗਾ ਨਾਲ ਹੀ ਪਰੀ। ਨੈਕਸਟ ਸੋਲਵ ਕਰਨੇ ਸਟੂਡੈਂਟਸ। ਹੁਣ ਆਪਾਂ ਹੋਰ ਕਰੀਏ ਤਾਂ ਆਪਣੇ ਕੋਲ ਵੈਲਿਊਜ਼ ਆ ਚੁੱਕੀਆਂ ਨੇ। ਇਹਨੂੰ ਆਪਾਂ ਸੋਲਵ ਕਰਨਾ 45 ਨੂੰ ਆਪਾਂ ਲਿਖ ਸਕਦੇ ਹਾਂ ਸਟੂਡੈਂਟਸ 9 0 5 ਤੇ 9 ਕੀ ਹੈ 3 ਦਾ ਮੁਰੱਬਾ ਹੈ। ਉਸ ਤੋਂ ਬਾਅਦ ਇਹਨੂੰ ਆਪਾਂ ਲਿਖ ਸਕਦੇ ਹਾਂ 75 25 0 3 25 5 ਦਾ ਮੁਰੱਬਾ ਹੈ ਗਿਆ। ਜਦੋਂ ਮੁਰੱਬਾ ਕੈਂਸਲ ਹੋਣਗੇ ਵੈਲਿਊ ਬਾਹਰ ਆ ਜਾਏਗੀ। ਅੱਗੇ ਆਪਣੇ ਕੋਲ 3 ਤੇ 5 ਦਾ ਜਜ਼ਰ ਆਲਰੇਡੀ ਪਿਆ ਹੋਇਆ ਹੈ। ਸਵਾਲ ਆਪਣਾ ਹੱਲ ਹੋਣਾ ਸ਼ੁਰੂ ਹੋ ਜਾਏਗਾ। ਅੱਗੇ ਸੋਲਵ ਕਰਨੇ ਸਟੂਡੈਂਟਸ ਆਪਣੇ ਕੋਲ 9 ਸੀ, ਬਾਕੀ ਵੈਲਿਊ ਉਸੇ ਤਰ੍ਹਾਂ ਲਿਖੀ ਗਈ 9। ਬੇਸਿਕਲੀ 9 ਦਾ ਜਜ਼ਰ ਕੀ ਹੁੰਦਾ 3 ਹੁੰਦਾ। 3 ਬਾਹਰ ਆ ਜਾਏਗਾ, ਬਾਹਰ 2 ਵੈਲਿਊ ਜਿਹੜੀ ਪਈ ਸੀ ਉਹ 3 ਉਹਦੇ ਨਾਲ ਜ਼ਰਬ ਹੋਏਗੀ। ਉਸ ਤੋਂ ਬਾਅਦ ਕਿਉਂਕਿ 2 5 ਦੇ ਜਜ਼ਰ ਨਾਲ ਜਾਂ ਅੰਦਰ ਜਿਹੜੀ ਵੈਲਿਊਜ਼ ਹੁੰਦੇ ਨਾਲ ਮਲਟੀਪਲਾਈ ਹੋ ਰਿਹਾ ਸੀ। ਉਸ ਤੋਂ ਬਾਅਦ ਆਪਣੇ ਕੋਲ ਇੱਧਰ 25 ਸੀ, 25 ਦਾ ਜਜ਼ਰ 5 ਹੁੰਦਾ, 5 ਵੀ ਬਾਹਰ ਆ ਗਿਆ ਸਟੂਡੈਂਟਸ, ਅੰਦਰ ਸਿਰਫ 3 ਦਾ ਜਾਏਗਾ। 2 0 5 ਹੋਗਾ 3 0 2 6 ਤੇ ਇਹ 10 ਬਣ ਜਾਏਗਾ। ਹੁਣ ਸਟੂਡੈਂਟਸ ਆਪਣੇ ਕੋਲ 3 ਦਾ ਜਜ਼ਰ ਵਾਲੀ ਵੈਲਿਊ ਵੀ ਇੱਧਰ ਵੀ ਹੈ
3 ਦਾ ਜਜ਼ਰ ਹੈ -10 × 3 ਦਾ ਜਜ਼ਰ। 10 ਦੇ ਵਿੱਚ 2 ਮਾਈਨਸ ਕਰਾਂਗੇ ਸਟੂਡੈਂਟਸ -8 × 3 ਦਾ ਜਜ਼ਰ ਬਣੇਗਾ। ਉਸ ਤੋਂ ਬਾਅਦ -2 ਦਾ ਜਜ਼ਰ ਇੰਟੂ 5 ਦਾ ਜਜ਼ਰ ਤੇ ਜਮਾ 6 × 5 ਦਾ ਜਜ਼ਰ। ਜਮਾ 6 ਚ 2 ਮਾਈਨਸ ਕਰਾਂਗੇ ਸਟੂਡੈਂਟਸ ਇਹ ਆ ਜਾਏਗਾ 4। ਇਹ ਆਪਾਂ ਲਿਖਾਂਗੇ ਸਟੂਡੈਂਟਸ 8/2 ਨਾਲ 3 ਦਾ ਜਜ਼ਰ ਆ ਜਾਏਗਾ। ਹੁਣ ਦੋਨੋਂ ਵੈਲਿਊਜ਼ ਦੇ ਨਾਲ ਮਾਈਨਸ ਕੈਂਸਲ ਆਊਟ ਹੋ ਗਿਆ। 2 × 2 2 2 4 4 × 3 ਦਾ ਜਜ਼ਰ ਆ ਗਿਆ ਸਟੂਡੈਂਟਸ। ਉਸ ਤੋਂ ਬਾਅਦ 4/2 ਆ ਚੁੱਕਾ ਆਪਣੇ ਕੋਲ। 2 × 2 2 2 4 -2 × 5 ਦਾ ਜਜ਼ਰ ਆ ਚੁੱਕਾ ਹੈ। ਸੋ ਹੁਣ ਆਪਾਂ ਗੌਰ ਕਰੀਏ ਸਵਾਲ ਵਿੱਚ ਕੰਡੀਸ਼ਨ ਸੀ 3 ਦਾ ਜਜ਼ਰ ਤੇ 5 ਦੇ ਜਜ਼ਰ ਦੇ ਵਿੱਚ ਵੈਲਿਊ ਆਣੀ ਚਾਹੀਦੀ, ਉਹ ਆਪਣੇ ਕੋਲ ਆ ਚੁੱਕੀ ਹੈ ਆਲਰੇਡੀ। ਲੈਂਥ ਆਫ ਏ ਵੀ ਆਪਣੇ ਕੋਲ ਕੀ ਹੋਏਗੀ, ਏ ਬੀ ਦੇ ਬਾਹਰ ਲਿਖਿਆ ਜਾਂਦਾ ਬੇਸਿਕਲੀ। ਇਹ ਟ੍ਰਾਈਐਂਗਲ ਦੀ ਜਦੋਂ ਵੀ ਆਪਾਂ ਲੈਂਥ ਲਿਖਣੀ ਇਸ ਤਰੀਕੇ ਲਿਖੀ ਜਾਂਦੀ। 4 × 3 ਦਾ ਜਜ਼ਰ -2 × 5 ਦਾ ਜਜ਼ਰ। ਇਹ ਸੀ ਸਟੂਡੈਂਟਸ ਆਪਣੇ ਕੋਲ ਸਵਾਲ ਨੰਬਰ 2। ਇਹ ਕਿ ਸ਼ਰੀਅਤ ਤੇ ਨੈਕਸਟ था जी।